तकरीबन 6 ਜਿਹੜੇ ਚਲਾਨ ਆ ਉਹ ਦਿੱਤੇ ਜਾ ਚੁੱਕੇ ਆ ਵੱਖ-ਵੱਖ ਦੋਸ਼ੀਆਂ ਦੇ ਖਿਲਾਫ। ਤੇ ਹੁਣ ਜਿਹੜਾ ਮੇਨ ਚਲਾਨ ਸੀਗਾ ਉਹ ਪੇਸ਼ ਹੋਣਾ ਸੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ, ਜਿਹਨੂੰ ਰੋਕਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਲੱਗ ਰਿਹਾ ਵਾ ਸੁਖਬੀਰ ਤੇ ਸਾਬਕਾ ਡੀਜੀਪੀ ਸੈਣੀ ਤੇ ਸਰਕਾਰ ਦੇ ਬੰਦੇ ਵੀ ਨਾਲ ਰਲੇ ਹੋਣ ਕਰਕੇ ਉਹਨਾਂ ਵੱਲੋਂ ਵੀ ਇਹਨਾਂ 4 ਕੇਸਾਂ ਦੇ ਖਿਲਾਫ ਇੰਨੇ ਪੈਸੇ ਖਰਚ ਕੇ ਇੰਨੇ ਵਕੀਲ ਮਹਿੰਗੇ ਲਾਉਣ ਤੋਂ ਬਾਅਦ ਵੀ ਫਾਇਦਾ ਤੇ ਕੋਈ ਵੀ ਨਹੀਂ ਹੋ ਰਿਹਾ। ਰਿਟਾਂ ਅੱਜ ਵੀ ਉੱਥੇ ਚੱਲ ਰਹੀਆਂ ਤੇ ਤਰੀਕਾਂ ਜਿੱਦਾਂ ਸੰਨੀ ਦਿਓਲ ਕਰਦਾ ਸੀ, ਤਰੀਕ ਪੇ ਤਰੀਕ ਤਰੀਕਾਂ ਹੀ ਪਈ ਜਾਂਦੀਆਂ। 10 ਕਰੋੜ ਰੁਪਏ ਦੇ ਕਰੀਬ ਜਿਹੜਾ ਵਕੀਲਾਂ ਦੇ ਉੱਤੇ ਖਰਚ ਕੀਤਾ ਗਿਆ, ਸਿਰਫ ਵਕੀਲਾਂ ਤੇ ਇਹਨਾਂ 14 ਰਿਟਾਂ ਦਾ ਤੇ ਜਿਹੜੇ ਕੇਸ ਇੱਥੇ ਚੱਲਦੇ ਆ ਕਮਿਸ਼ਨ ਦਾ ਖਰਚਾ ਅਲੱਗ, ਬਾਕੀ ਖਰਚੇ ਵੱਖਰੇ, ਕੀ ਤੇਲ ਕੀ ਤਨਖਾਹਾਂ ਅਫਸਰਾਂ ਦੀਆਂ ਉਹ ਖਰਚੇ ਅਲੱਗ ਤੇ ਰਿਟਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਇਸ ਕੇਸ ਨੂੰ। 2015 ਤੋਂ ਲੈ ਕੇ 2020 ਦੇ ਵਿੱਚ ਹਾਈ ਕੋਰਟ 'ਚ ਤੁਹਾਡੇ 5 ਸਾਲ ਲੰਘ ਗਏ, 4-5 ਸਾਲ ਉੱਥੇ ਹਾਈ ਕੋਰਟ ਦੇ ਵਿੱਚ ਤੁਹਾਡੇ ਹੋਰ ਲੰਘ ਜਾਣੇ ਆ। ਫਿਰ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹੋ ਕੇਸ ਦੁਬਾਰਾ 5-6 ਸਾਲ ਜਿਹੜੀ ਲੋਕਲ ਕੋਰਟ ਆ ਫਰੀਦਕੋਟ ਉਹਦੇ ਵਿੱਚ ਚੱਲਣਾ। ਉੱਥੋਂ ਜੇ ਉੱਥੇ ਕੋਈ ਫੈਸਲਾ ਹੁੰਦਾ ਤੇ ਉਸ ਤੋਂ ਬਾਅਦ ਸੈਸ਼ਨ 'ਚ 5 ਸਾਲ, ਉਸ ਤੋਂ ਬਾਅਦ ਹਾਈ ਕੋਰਟ 'ਚ ਫਿਰ 5 ਸਾਲ, ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਫਿਰ 5 ਸਾਲ, ਮਤਲਬ 50 ਸਾਲ ਜਿਹੜੇ ਉਹ ਇਸ ਕੇਸ ਦੇ ਵਿੱਚ ਖੱਜਲ ਖਰਾਬ ਹੋ ਜਾਣੇ ਆ। ਇਨਸਾਫ ਲੈਣ ਵਾਲੇ ਵੀ ਮਰ ਜਾਣੇ ਆ ਤੇ ਦੋਸ਼ੀ ਵੀ ਜਿਹੜੇ ਉਹ ਵੀ ਖਤਮ ਹੋ ਜਾਣੇ, ਮਤਲਬ ਇੱਕ ਪੀੜ੍ਹੀ ਸਾਡੀ ਖਤਮ ਹੋ ਜਾਣੀ ਆ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਿੱਟ ਦੇ ਮੈਂਬਰ ਨੇ, ਉਹਨੇ ਕਈ ਚਿੱਠੀਆਂ ਲਿਖੀਆਂ ਕਿ ਐਡਵੋਕੇਟ ਜਨਰਲ ਇਹ ਬੜਾ ਸੈਂਸਿਟਿਵ ਕੇਸ ਆ, ਇਹਦੇ ਵਿੱਚ ਖੁਦ ਪੇਸ਼ ਹੋਇਆ ਕਰਨ ਕੋਰਟ ਦੇ ਵਿੱਚ। ਪਰ ਐਡਵੋਕੇਟ ਜਨਰਲ ਸਾਹਿਬ ਦੇ ਖਿਲਾਫ ਤੇ ਮੰਤਰੀ ਵੀ ਬੋਲਦੇ ਰਹਿੰਦੇ ਆ, ਮਹਾਰਾਜਾ ਸਾਹਿਬ ਤੇ ਉਹਨਾਂ ਦੇ ਖਿਲਾਫ ਸੁਣਦੇ ਹੀ ਨਹੀਂ, ਉਹ ਤਾਂ ਵੀ ਕੋਰਟ ਦੇ ਵਿੱਚ ਨਹੀਂ ਆਉਂਦੇ। ਚਲੋ ਕੁੰਵਰ ਦੇ ਕਹਿਣ ਤੇ ਨਾ ਆਉਣ, ਇੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਖੁਦ ਕੋਰਟ ਦੇ ਵਿੱਚ ਪੇਸ਼ ਹੋਵੋ, ਉਹ ਤਾਂ ਵੀ ਨਹੀਂ ਜਾਂਦੇ। ਉਹ ਇਹਦਾ ਮਤਲਬ ਉਹ ਸੁਪਰ ਮੁੱਖ ਮੰਤਰੀ ਨੇ, ਉਹ ਮੁੱਖ ਮੰਤਰੀ ਨੂੰ ਵੀ ਕੁਝ ਨਹੀਂ ਸਮਝਦੇ। ਆਖਰ ਕਿਸ ਦਾ ਮੈਚ ਫਿਕਸ ਆ, ਕੌਣ ਇਹਦੇ ਵਿੱਚ ਰਲਿਆ ਬਾਦਲਾਂ ਦੇ ਨਾਲ, ਸਮੇਂ ਨੇ ਆਪੇ ਹੀ ਦੱਸ ਦੇਣਾ। ਸਮਾਂ ਬੜਾ ਬਲਵਾਨ ਆ, ਸਮਾਂ ਆਉਣ ਤੇ ਵੀ ਪਤਾ ਲੱਗ ਜਾਣਾ। ਮੈਂ ਰਿਟ ਨੰਬਰ ਵੀ ਆਪਣੇ ਜਾਰੀ ਕਰ ਦੂੰਗਾ ਫੇਸਬੁੱਕ ਦੇ ਉੱਤੇ, ਕਿਸੇ ਦਿਨ ਮੈਨੂੰ 2-4 ਦਿਨ ਚ ਮਿਲ ਜਾਣਗੇ। 14 ਦੀਆਂ 14 ਰਿਟਾਂ ਦੇ ਵਿੱਚ ਸਿੱਟ ਦੇ ਜਿੰਨੇ ਬਾਕੀ ਮੈਂਬਰ ਆ ਦੋਸ਼ੀਆਂ ਵੱਲੋਂ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਆ, ਔਰ ਕੱਲਾ ਕੁੰਵਰ ਵਿਜੇ ਪ੍ਰਤਾਪ ਨੂੰ 14 ਦੀਆਂ 14 ਰਿਟਾਂ ਦੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ। ਕਾਰਨ ਕੀ ਆ? ਵੀ ਉਹ ਕੱਲਾ ਨੀਤ ਨਾਲ ਕੰਮ ਕਰਨ ਡਿਆ ਵਾ ਕੁੰਵਰ ਸਾਹਿਬ ਕਿ ਇਹਦੇ ਵਿੱਚ ਸੱਚ ਨੂੰ ਜਾਣੂ ਕਰਾਓ ਲੋਕਾਂ ਤੋਂ। ਕੋਰਟ 'ਚ ਜੋ ਫੈਸਲਾ ਹੁੰਦਾ ਰਵੇ ਕਿ फैसला लिखा हुआ है पहले से हक में, फैसला लिखा हुआ है पहले से हक में, आप क्या खाक अदालत में सफाई देंगे। बरगाड़ी ते बैबल कलां गोलीकांड नूं लैके समाज सेवी मनदीप मन्ना ने मुड़ तों अपनी आवाज़ बुलंद की। मनदीप मन्ना ने बैबल कलां दी जांच मुकम्मल होण नूं लैके ਵੱਡੇ खुलासे भी कीते ने। उन्होंने कहा कि बेअदबी ते गोलीकांड नूं 5 साल पूरे हो चुके ने, जिस 4 FIR दर्ज भी कीतियां गईयां ने, जिस दे नतीजे वजों दोषियों खिलाफ अदालत 6 चलान पेश किए गए ने। मनदीप मन्ना ने कहा है कि हुण अदालत अगला चलान यानी कि सुखबीर बादल ने पेश होना सी। मन्ना ने इल्जाम लगाया कि इस नूं रोकण लई सुखबीर बादल सने DGP सुमेध सैणी वल्लों अड्डी चोटी दा जोर लाया जा रहा है। साथियों 5 साल हो गए आ गुरु ग्रंथ साहब की बेअदबी ते गोलीकांड नूं लैके। तुहानूं याद होगा कि 4 FIR दे विच दर्ज कीतियां गईयां सीगियां, जिन्हां दे विच नंबर 1 129 नंबर FIR 14/10/15 नूं बैबल केस दे विच दर्ज कीती गई सी। नंबर 2 192 नंबर FIR 14/10/15 नूं बरगाड़ी केस दे विच दर्ज कीती गई सीगी। मैं नंबर ते साल तुहानूं इस करके दस रहा कि कोई भी बंदा इहदे नैट दे उत्ते अपडेट जिहड़े ओह लै सकदा वा। नंबर 3 7 दिन बाद 21/10/15 नूं एक FIR होर दर्ज की गई सी अणपछाते पुलिस वालियां दे खिलाफ। पहली गल तो कभी पुलिस भी अणपछाती हुंदी आ, चलो ये गल्लां पहलां ही बहुत ज़्यादा हो चुकियां ने, मैं अगलियां गल्लां ते आउण लगा। नंबर 4 129 नंबर FIR 2018 दे विच जस्टिस रणजीत सिंह कमिशन एक बैठा सीगा, उन्हां दी रिपोर्ट ते पुलिस वालियां दे खिलाफ दर्ज की गई सी। अज 5 साल बीत गए आ, रिजल्ट की आया और पर्दे दे पिछे 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 जिहड़ा ओह की हो रहा ये मैं दस्सण दी कोशिश जिहड़ी तुहानूं कर रहा कि इहदे विच तकरीबन 6 जिहड़े चलान आ दिते जा चुके आ वख-वख दोषियों के खिलाफ। ते हुण जिहड़ा मेन चलान सीगा वो पेश होना सी सुखबीर सिंह बादल
ਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ, ਜਿਹਨੂੰ ਰੋਕਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਲੱਗ ਰਿਹਾ ਵਾ ਸੁਖਬੀਰ ਤੇ ਸਾਬਕਾ ਡੀਜੀਪੀ ਸੈਣੀ ਤੇ ਸਰਕਾਰ ਦੇ ਬੰਦੇ ਵੀ ਨਾਲ ਰਲੇ ਹੋਣ ਕਰਕੇ ਉਹਨਾਂ ਵੱਲੋਂ ਵੀ ਇਹਨਾਂ 4 ਕੇਸਾਂ ਦੇ ਖਿਲਾਫ ਜਿਹੜੀ ਚੀਜ਼ ਮੈਂ ਲੋਕਾਂ ਸਾਹਮਣੇ ਲੈ ਕੇ ਆਉਣ ਲੱਗਾ, ਲੋਕੀ ਤੇ ਸਮਝਦੇ ਵੀ ਸਿਰਫ ਇਹ 4 ਕੇਸ ਹੀ ਦਰਜ ਹੋਏ ਸੀ ਤੇ ਇਹਦੇ ਤੇ ਹੀ ਸੁਣਵਾਈ ਚੱਲ ਰਹੀ ਆ। ਇਹਨਾਂ 4 ਕੇਸਾਂ ਦੇ ਖਿਲਾਫ ਦੋਸ਼ੀਆਂ ਵੱਲੋਂ 14 ਦੇ ਕਰੀਬ ਜਿਹੜੀਆਂ ਰਿਟ ਪਟੀਸ਼ਨਾਂ ਚੱਲ ਰਹੀਆਂ ਹਾਈ ਕੋਰਟ ਦੇ ਵਿੱਚ, ਜਿਨ੍ਹਾਂ ਵਿੱਚ ਉਹਨਾਂ ਨੇ ਮੰਗ ਕੀ ਕੀਤੀ ਆ ਕਿ ਨੰਬਰ 1 FIR ਜਿਹੜੀ ਉਹ ਖਾਰਜ ਕੀਤੀ ਜਾਵੇ, ਨੰਬਰ 2 ਜਿਹੜੇ ਚਲਾਨ ਜਾ ਚੁੱਕੇ ਆ ਕੋਰਟ ਦੇ ਵਿੱਚ ਉਹਨਾਂ ਨੂੰ ਚੈਲੰਜ ਕੀਤਾ ਕਿ ਦੁਬਾਰਾ ਇਨਵੈਸਟੀਗੇਸ਼ਨ ਕੀਤੀ ਜਾਵੇ, ਨੰਬਰ 3 ਕਿ ਇਹਦੀ ਜਾਂਚ CBI ਤੋਂ ਕਰਾਈ ਜਾਵੇ, ਨੰਬਰ 4 ਜਿਹੜੀ ਉਹਨਾਂ ਦੀ ਮੇਨ ਮੰਗ ਆ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਸਿੱਟ ਦੇ ਮੈਂਬਰ ਆ ਉਸ ਬੰਦੇ ਨੂੰ ਇਸ ਕੇਸ ਦੇ ਵਿੱਚੋਂ ਹਟਾ ਦਿੱਤਾ ਜਾਵੇ। ਬਹੁਤ ਸਾਰੇ ਲੋਕਾਂ ਨੂੰ ਕੇਸ ਦਾ ਪਤਾ ਵੀ ਇਹ ਸਿਰਫ ਬੇਅਦਬੀ ਕੇਸ ਚੱਲ ਰਿਹਾ। ਮੈਂ ਫੇਰ ਦੱਸ ਰਿਹਾ, ਜਿਹੜਾ ਸਾਹਮਣਾ ਇਹ ਕੇਸ ਦੇ ਵਿੱਚ ਜਿਹੜੇ ਅਧਿਕਾਰੀ ਚੰਗਾ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਕਰ ਰਿਹਾ, ਮੈਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਉਹਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਬਾਕੀ ਮੈਂ ਦੱਸਣ ਲੱਗਾ ਕਿ ਕੱਲ ਵੀ ਇਹਨਾਂ ਦੀ ਇੱਕ ਰਿਟ ਸੀ ਜਿਹਦਾ ਮੇਰੇ ਕੋਲ ਉਹਦਾ ਡਾਟਾ ਆਇਆ ਕਿ ਉਹ CWP ਰਿਟ ਨੰਬਰ 14076 ਸੀਗਾ। ਇਹਦੀ ਵੀ ਕੱਲ ਇੱਕ ਤਰੀਕ ਸੀਗੀ, ਮੈਂ ਵੀ ਅੱਜ ਉਹ ਨੈਟ ਦੇ ਉੱਤੇ ਸਾਰੀ ਕੱਢੀ। ਇਸ ਰਿਟ ਪਟੀਸ਼ਨ ਦੇ ਖਿਲਾਫ ਸਰਕਾਰ ਨੇ ਦਿੱਲੀ ਤੋਂ ਵਕੀਲ ਜਿਹੜੇ ਹਾਇਰ ਕੀਤੇ ਹੋਏ ਆ। ਜਿਹੜੀ ਮੇਨ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ, ਮੇਨ ਗੱਲ ਦੱਸਣ ਲੱਗਾ, ਇਸ ਰਿਟ ਦੇ ਖਿਲਾਫ ਦਿੱਲੀ ਤੋਂ ਵਕੀਲ ਹਾਇਰ ਕੀਤੇ ਹੋਏ ਆ ਔਰ ਫੀਸ ਸੁਣ ਕੇ ਤੁਸੀਂ ਲੋਕ ਹੈਰਾਨ ਹੋ ਜਾਓਗੇ ਕਿ 2 ਵਕੀਲ ਨੇ ਇਸ ਰਿਟ ਦੇ ਵਿੱਚ। ਇੱਕ ਵਕੀਲ ਦੀ ਫੀਸ 27.5 ਲੱਖ ਰੁਪਈਆ ਇੱਕ ਪੇਸ਼ੀ ਦੀ ਆ, ਜਿਹੜੀ 10-15 ਮਿੰਟ ਦੀ ਪੇਸ਼ੀ ਹੁੰਦੀ ਆ, ਔਰ 2 ਵਕੀਲਾਂ ਦੀ ਫੀਸ 50 ਲੱਖ ਦੇ ਕਰੀਬ ਬਣਦੀ ਆ। ਔਰ ਉਹਨਾਂ ਦਾ ਆਉਣ ਜਾਣ ਦਾ ਖਰਚਾ, ਜਿਹੜੀਆਂ ਟਿਕਟਾਂ ਵਾ ਉਹ ਬਿਜ਼ਨਸ ਕਲਾਸ ਜਹਾਜ਼ ਦੇ ਵਿੱਚ ਬੁੱਕ ਹੁੰਦੀਆਂ, ਜਿਹੜੀਆਂ ਆਮ ਟਿਕਟਾਂ ਨਾਲੋਂ 4 ਗੁਣਾ ਮਹਿੰਗੀਆਂ, ਤੇ ਉਹਨਾਂ ਦੇ ਕਮਰੇ, ਉਹਨਾਂ ਦੇ ਨਾਲ ਸਟਾਫ ਦੇ ਕਮਰੇ ਤਾਜ ਹੋਟਲ ਦੇ ਵਿੱਚ ਜਿਹੜਾ 5K 7 ਸਟਾਰ ਹੋਟਲ ਆ ਉਹਦੇ ਵਿੱਚ ਸਾਰੇ ਸਟਾਫ ਦੇ ਕਮਰੇ ਬੁੱਕ ਕਰਾਏ ਜਾਂਦੇ ਆ। ਹੁਣ ਮੈਂ ਤੁਹਾਡੇ ਧਿਆਨ 'ਚ ਲਿਆਉਣ ਲੱਗਾ ਕਿ ਦੇਸ਼ ਦੇ ਸਰਚ ਮਾਰੋ ਤੁਸੀਂ ਗੂਗਲ ਦੇ ਉੱਤੇ, ਟੌਪ ਜਿਹੜੇ 9 ਵਕੀਲ ਆ ਉਹਨਾਂ ਦੀ ਫੀਸ ਕੀ ਆ, 5 ਤੋਂ 15 ਲੱਖ ਰੁਪਈਆ, ਜਿਹਦੇ ਵਿੱਚ ਆਉਂਦੇ ਨੇ ਕਪਲ ਸਿੱਬਲ, P ਚਿਦੰਬਰਮ, KK ਵੇਣੂਗੋਪਾਲ, ਗੋਪਾਲ ਸੁਬਰਾਮਨੀਅਮ, ਸ਼ਾਂਤੀ ਭੂਸ਼ਣ ਜੀ, ਸਲਮਾਨ ਖੁਰਸ਼ੀਦ, ਫਾਲੀ ਨਾਰੀਮਨ, ਤੇ ਸਭ ਤੋਂ ਵੱਧ ਜਿਹੜੀ ਫੀਸ ਲੈਂਦੇ ਰਹੇ ਆ ਉਹਨਾਂ ਦੀ ਫੀਸ ਸੀਗੀ 25 ਲੱਖ ਰੁਪਈਆ। ਸ਼੍ਰੀ ਰਾਮ ਜੇਠ ਮਲਾਨੀ ਜਿਹੜੇ ਮੇਰੇ ਖਿਆਲ ਰਹੇ ਨਹੀਂ ਸਾਡੇ ਇਸ ਦੁਨੀਆ ਦੇ ਵਿੱਚ, ਪਰ ਇੱਥੇ ਇਸ ਕੇਸ ਦੀ ਫੀਸ ਦੇ ਉੱਤੇ 27.5 ਲੱਖ ਰੁਪਈਆ ਇੱਕ ਪੇਸ਼ੀ ਦਾ ਦਿੱਤਾ ਜਾ ਰਿਹਾ। ਇੰਨੇ ਪੈਸੇ ਖਰਚ ਕੇ, ਇੰਨੇ ਵਕੀਲ ਮਹਿੰਗੇ ਲਾਉਣ ਤੋਂ ਬਾਅਦ ਵੀ ਫਾਇਦਾ ਤੇ ਕੋਈ ਵੀ ਨਹੀਂ ਹੋ ਰਿਹਾ। ਰਿਟਾਂ ਅੱਜ ਵੀ ਉੱਥੇ ਚੱਲ ਰਹੀਆਂ ਤੇ ਤਰੀਕਾਂ ਤੇ ਤਰੀਕਾਂ, ਜਿੱਦਾਂ ਸੰਨੀ ਦਿਓਲ ਕਰਦਾ ਸੀ, ਤਰੀਕ ਪੇ ਤਰੀਕ, ਤਰੀਕਾਂ ਹੀ ਪਈ ਜਾਂਦੀਆਂ। ਔਰ ਬੇਅਦਬੀ ਦੀ ਆੜ ਦੇ ਵਿੱਚ ਕਈ ਜਿਹੜੀਆਂ ਦੁਕਾਨਾਂ ਚੱਲ ਰਹੀਆਂ ਵਾ, ਇਹ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਸੀਗਾ। ਸਵਾਲ ਇਹ ਹੈ ਕਿ ਜੇ ਹਰ ਕੇਸ ਦੇ ਵਿੱਚ ਬਾਹਰੋਂ ਵਕੀਲ ਹਾਇਰ ਕਰਨੇ ਆ, ਦਿੱਲੀ ਤੋਂ ਕਰਨੇ ਜਾਂ ਹੋਰ ਵੀ ਕਿਤੋਂ ਕਰਨੇ ਆ, ਫਿਰ ਐਡਵੋਕੇਟ ਜਨਰਲ, ਡਿਪਟੀ ਐਡਵੋਕੇਟ ਜਨਰਲ, ਐਡੀਸ਼ਨਲ ਐਡਵੋਕੇਟ ਜਨਰਲ, ਇਹ ਕਾਹਦੇ ਵਾਸਤੇ ਭਰਤੀ ਕੀਤੇ ਆ? ਜਿਹੜੇ ਕਿਤੇ MLA MPਆਂ ਮੰਤਰੀਆਂ ਦੀ ਸਿਫਾਰਿਸ਼ ਦੇ ਉੱਤੇ ਭਰਤੀ ਕੀਤੇ ਜਾਂਦੇ ਆ। ਫਿਰ ਇਸ ਪੋਲੀਟੀਕਲ ਪੋਸਟ ਨੂੰ ਖਤਮ ਕਿਉਂ ਨਹੀਂ ਕੀਤਾ ਜਾਂਦਾ? ਕਿਉਂ ਇਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ? ਕਿਉਂ ਸੂਬੇ ਦਾ ਪੈਸਾ ਲੁੱਟਿਆ ਜਾਂਦਾ ਵਾ ਸਿਰਫ ਸਿਫਾਰਸ਼ੀ ਔਰ ਆਪਣੇ ਘਰ ਭਰਨ ਨੂੰ? ਇੱਥੇ ਮੈਂ ਵੀ ਦੱਸ ਦਵਾਂ ਕਿ ਇੱਕ ਰਿਟ ਪਾਈ ਸੀ ਕਿਸੇ ਨੇ ਸਨ 2013 ਦੇ ਵਿੱਚ ਕਿ ਗੋਆ ਦੇ ਐਡਵੋਕੇਟ ਜਨਰਲ, ਉਹ ਸਭ ਤੋਂ ਮਹਿੰਗੇ ਨੇ, 8 ਲੱਖ ਰੁਪਈਆ ਉਹ ਪਰ ਮੰਥ ਦਾ ਲੈਂਦੇ ਸੀਗੇ ਪੂਰੇ ਮਹੀਨੇ ਦਾ ਐਡਵੋਕੇਟ ਜਨਰਲ ਹੋਣ ਦੇ ਨਾਤੇ। ਤੇ ਇੱਥੇ 28 ਲੱਖ ਰੁਪਈਆ ਇੱਕ ਪੇਸ਼ੀ ਦਾ ਲਿਆ ਜਾਂਦਾ, ਕਿਉਂਕਿ ਸਾਡੇ ਲੋਕਾਂ ਦਾ ਦਿੱਤਾ ਟੈਕਸ ਹੈ ਨਾ, ਸਾਡੀ ਖੂਨ ਪਸੀਨੇ ਦੀ ਕਮਾਈ ਹੈ ਨਾ। ਇਹ ਲੋਕ ਕਿਉਂ ਚਾਹਣਗੇ ਵੀ ਇਹ ਕੇਸ ਖਤਮ ਹੋ ਜਾਵੇ? ਇਹਨਾਂ ਲੋਕਾਂ ਨੂੰ ਕਿਸੇ ਗੁਰੂ, ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਧਰਮ ਸਿਰਫ ਪੈਸਾ। ਔਰ ਇੱਥੇ ਮੈਂ ਵੀ ਕਹਿ ਦਿਆਂ ਕਿ ਇੰਨੀਆਂ ਜਥੇਬੰਦੀਆਂ ਨੇ ਧਰਨੇ ਦਿੱਤੇ ਉੱਥੇ, ਇੰਨੇ ਰਾਜਨੀਤਿਕ ਲੋਕਾਂ ਨੇ ਸਮੇਤ ਮੈਨੂੰ ਵੀ ਵਿੱਚੇ ਕਹਿ ਲੋ ਕਿ ਇੰਨੀਆਂ ਇਹਦੇ ਉੱਤੇ ਰੋਟੀਆਂ ਸੇਕੀਆਂ, ਤੇ ਕੋਈ ਬੰਦਾ ਵਕੀਲ ਨਹੀਂ ਉੱਥੇ ਖੜਾ ਕਰ ਸਕਿਆ ਇਹਨਾਂ ਦੇ ਵਿੱਚੋਂ, ਜਾਂ ਕੋਈ ਇਹੋ ਜਿਹਾ ਸਿੱਖ ਵਕੀਲ ਨਹੀਂ ਇਹਨਾਂ ਨੂੰ ਲੱਭਾ ਕਿ ਜਿਹੜਾ ਆਪਣੀ ਸ਼ਰਧਾ ਦੇ ਅਨੁਸਾਰ ਇਸ ਕੇਸ ਨੂੰ ਲੜ ਸਕਦਾ। ਹੁਣ ਤੱਕ 10 ਕਰੋੜ ਰੁਪਏ ਦੇ ਕਰੀਬ ਜਿਹੜਾ ਵਕੀਲਾਂ ਦੇ ਉੱਤੇ ਖਰਚ ਕੀਤਾ ਗਿਆ, ਸਿਰਫ ਵਕੀਲਾਂ ਤੇ, ਇਹਨਾਂ 14 ਰਿਟਾਂ ਦਾ। ਤੇ ਜਿਹੜੇ ਕੇਸ ਇੱਥੇ ਚੱਲਦੇ ਆ, ਕਮਿਸ਼ਨ ਦਾ ਖਰਚਾ ਅਲੱਗ, ਬਾਕੀ ਖਰਚੇ ਵੱਖਰੇ, ਕੀ ਤੇਲ, ਕੀ ਤਨਖਾਹਾਂ ਅਫਸਰਾਂ ਦੀਆਂ, ਉਹ ਖਰਚੇ ਅਲੱਗ। ਤੇ ਰਿਟਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਇਸ ਕੇਸ ਨੂੰ। 2015 ਤੋਂ ਲੈ ਕੇ 2020 ਦੇ ਵਿੱਚ ਹਾਈ ਕੋਰਟ 'ਚ ਤੁਹਾਡੇ 5 ਸਾਲ ਲੰਘ ਗਏ, 4-5 ਸਾਲ ਉੱਥੇ ਹਾਈ ਕੋਰਟ ਦੇ ਵਿੱਚ ਤੁਹਾਡੇ ਹੋਰ ਲੰਘ ਜਾਣੇ ਆ। ਫਿਰ
ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹੋ ਕੇਸ ਦੁਬਾਰਾ 5-6 ਸਾਲ ਜਿਹੜੀ ਲੋਕਲ ਕੋਰਟ ਆ ਫਰੀਦਕੋਟ ਉਹਦੇ ਵਿੱਚ ਚੱਲਣਾ। ਉੱਥੋਂ ਜੇ ਉੱਥੇ ਕੋਈ ਫੈਸਲਾ ਹੁੰਦਾ ਤੇ ਉਸ ਤੋਂ ਬਾਅਦ ਸੈਸ਼ਨ 'ਚ 5 ਸਾਲ, ਉਸ ਤੋਂ ਬਾਅਦ ਹਾਈ ਕੋਰਟ 'ਚ ਫਿਰ 5 ਸਾਲ, ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਫਿਰ 5 ਸਾਲ, ਮਤਲਬ 50 ਸਾਲ ਜਿਹੜੇ ਉਹ ਇਸ ਕੇਸ ਦੇ ਵਿੱਚ ਖੱਜਲ ਖਰਾਬ ਹੋ ਜਾਣੇ ਆ। ਇਨਸਾਫ ਲੈਣ ਵਾਲੇ ਵੀ ਮਰ ਜਾਣੇ ਆ ਤੇ ਦੋਸ਼ੀ ਵੀ ਜਿਹੜੇ ਉਹ ਵੀ ਖਤਮ ਹੋ ਜਾਣੇ। ਮਤਲਬ ਇੱਕ ਪੀੜ੍ਹੀ ਸਾਡੀ ਖਤਮ ਹੋ ਜਾਣੀ ਆ, ਸਾਨੂੰ ਇਹਦੇ ਵਿੱਚ ਇਨਸਾਫ ਨਹੀਂ ਮਿਲਣਾ। ਉੱਥੇ ਹੀ ਮਨਦੀਪ ਮੰਨਾ ਨੇ ਕਿਹਾ ਹੈ ਕਿ ਬਰਗਾੜੀ ਮੁੱਦੇ ਕਰਕੇ ਹੀ ਕੈਪਟਨ ਸਰਕਾਰ ਵੱਲੋਂ ਚੋਣਾਂ ਜਿੱਤੀਆਂ ਗਈਆਂ ਨੇ ਤੇ ਹੁਣ ਕਾਂਗਰਸ ਦਾ ਕੋਈ ਵੀ ਮੰਤਰੀ ਇਸ ਮਾਮਲੇ 'ਚ ਬੋਲਣ ਨੂੰ ਤਿਆਰ ਨਹੀਂ ਹੈ। ਉਹਨਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਹੈ। ਮਨਦੀਪ ਮੰਨਾ ਨੇ ਕਿਹਾ ਹੈ ਕਿ 14 ਰਿਟਾਂ 'ਚ ਦੋਸ਼ੀਆਂ ਵੱਲੋਂ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਕੇ ਬਾਕੀ ਮੈਂਬਰਾਂ ਦੀ ਤਾਰੀਫ ਕੀਤੀ ਜਾਂਦੀ ਹੈ ਤੇ ਕੁੰਵਰ ਵਿਜੇ ਪ੍ਰਤਾਪ ਨੂੰ 14 ਰਿਟਾਂ 'ਚ ਦੋਸ਼ੀ ਠਹਿਰਾਇਆ ਜਾਂਦਾ ਹੈ। ਮੈਂ ਲੋਕਾਂ ਨੂੰ ਵੀ ਕਹਿਣਾ ਵੀ ਆਪਾਂ ਐਵੇਂ ਨਾਲ ਮੂੰਹ ਚੁੱਕ ਕੇ ਵੇਂਦੇ ਰਹਿੰਦੇ ਆ, ਆਸ ਛੱਡ ਦਿਓ। ਬਾਕੀ ਜਿਹੜੇ ਪੰਜਾਬ ਦੇ ਮੁੱਦੇ ਮੈਂ ਫਿਰ ਕਹਿਣ ਲੱਗਾ, ਮੈਂ ਅੱਗੇ ਵੀ ਕਿਹਾ ਸੀਗਾ ਕਿ ਮੈਂ ਬਹੁਤਾ ਧਾਰਮਿਕ ਮੁੱਦਿਆਂ 'ਚ ਨਹੀਂ ਪੈਣਾ ਚਾਹੁੰਦਾ। ਹੋਰ ਪੰਜਾਬ ਦੇ ਬੜੇ ਮਸਲੇ ਨੇ ਚੁੱਕਣ ਵਾਲੇ, ਹੋਰ ਪੰਜਾਬ ਦੇ ਵਿੱਚ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਇਹੋ ਜਿਹਾ ਜਿਹੜਾ ਤਸ਼ੱਦਦ ਆ, ਇਹਨਾਂ ਮਸਲਿਆਂ ਨੂੰ ਚੁੱਕਣ ਦੀ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਪਰ ਫਿਰ ਵੀ ਜੋ ਮੇਰੀ ਨਜ਼ਰ ਦੇ ਵਿੱਚ ਆਇਆ ਉਹ ਮੈਂ ਤੁਹਾਡੇ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ। ਆਖਰ ਇਸ ਕੇਸ ਦੇ ਵਿੱਚ ਸਾਡਾ ਸਰਕਾਰੀ ਪੱਖ ਇੰਨਾ ਕਮਜ਼ੋਰ ਕਿਉਂ ਆ? ਇੱਥੇ ਮੈਂ ਵੀ ਤੁਹਾਡੇ ਔਨ ਰਿਕਾਰਡ ਆ, ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਜਿਹੜੀਆਂ ਗੱਲਾਂ ਮੈਂ ਕਰ ਰਿਹਾ। ਕੁੰਵਰ ਵਿਜੇ ਪ੍ਰਤਾਪ ਜਿਹੜੇ ਸਿੱਟ ਦੇ ਮੈਂਬਰ ਨੇ, ਉਹਨੇ ਕਈ ਚਿੱਠੀਆਂ ਲਿਖੀਆਂ ਕਿ ਐਡਵੋਕੇਟ ਜਨਰਲ ਇਹ ਬੜਾ ਸੈਂਸਿਟਿਵ ਕੇਸ ਆ, ਇਹਦੇ ਵਿੱਚ ਖੁਦ ਪੇਸ਼ ਹੋਇਆ ਕਰਨ ਕੋਰਟ ਦੇ ਵਿੱਚ। ਪਰ ਐਡਵੋਕੇਟ ਜਨਰਲ ਸਾਹਿਬ ਦੇ ਖਿਲਾਫ ਤੇ ਮੰਤਰੀ ਵੀ ਬੋਲਦੇ ਰਹਿੰਦੇ ਆ, ਮਹਾਰਾਜਾ ਸਾਹਿਬ ਤੇ ਉਹਨਾਂ ਦੇ ਖਿਲਾਫ ਸੁਣਦੇ ਹੀ ਨਹੀਂ, ਉਹ ਤਾਂ ਵੀ ਕੋਰਟ ਦੇ ਵਿੱਚ ਨਹੀਂ ਆਉਂਦੇ। ਚਲੋ ਕੁੰਵਰ ਦੇ ਕਹਿਣ ਤੇ ਨਾ ਆਉਣ, ਇੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਖੁਦ ਕੋਰਟ ਦੇ ਵਿੱਚ ਪੇਸ਼ ਹੋਵੋ, ਉਹ ਤਾਂ ਵੀ ਨਹੀਂ ਜਾਂਦੇ। ਉਹ ਇਹਦਾ ਮਤਲਬ ਉਹ ਸੁਪਰ ਮੁੱਖ ਮੰਤਰੀ ਨੇ, ਉਹ ਮੁੱਖ ਮੰਤਰੀ ਨੂੰ ਵੀ ਕੁਝ ਨਹੀਂ ਸਮਝਦੇ। ਇਹਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਕਈ ਚਿੱਠੀਆਂ ਲਿਖੀਆਂ ਕਿ ਇਹ ਵਕੀਲ ਬਹਿਸ ਠੀਕ ਨਹੀਂ ਕਰ ਰਹੇ, ਜਾਂ ਉੱਥੇ ਬੋਲਦੇ ਨਹੀਂ, ਜਾਂ ਸਾਡਾ ਕੇਸ ਐਵੇਂ ਲੰਮਾ ਚੱਲ ਰਿਹਾ ਔਰ ਇਹਦਾ ਖਰਚਾ ਪੈ ਰਿਹਾ ਵਾ, ਇਹਨਾਂ ਨੂੰ ਬਦਲ ਦਿੱਤਾ ਜਾਵੇ। ਜਦੋਂ ਸਿੱਟ ਦੇ ਮੈਂਬਰ ਕਹਿਣ ਡਏ ਆ ਵੀ ਇਨਕੁਆਇਰੀ ਜਿਹੜੇ ਵਕੀਲ ਆ ਸਰਕਾਰੀ ਬਦਲ ਦਿੱਤੇ ਜਾਣ, ਪਰ ਉਹ ਬਦਲੇ ਨਹੀਂ ਜਾ ਰਹੇ। ਆਖਰ ਇਹਦੇ ਵਿੱਚ ਕੀ ਘਾਲਮੇਲ ਹੋਣ ਡਿਆ, ਇਹਦੇ ਬਾਰੇ ਜਨਤਾ ਜ਼ਰੂਰ ਅੰਦਾਜ਼ਾ ਲਾਵੇ। ਜਿਸ ਬਹਿਬਲ ਬਰਗਾੜੀ ਦੇ ਸਿਰ ਦੇ ਉੱਤੇ ਸਾਰੀ ਚੋਣ ਲੜੀ ਗਈ ਸੀ, ਜਿਹਦੇ ਸਿਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਸੱਤਾ ਦਾ ਸੁੱਖ ਮਾਣ ਰਹੇ ਆ, ਜਿਹਦੇ ਸਿਰ ਦੇ ਉੱਤੇ ਐਡਵੋਕੇਟ ਜਨਰਲ ਅੱਜ ਦਿੱਲੀ ਤੋਂ ਇੱਥੇ ਆ ਕੇ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਬਣ ਕੇ ਬੈਠੇ ਆ, ਉਹ ਵੀ ਇਸ ਕੇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਔਰ ਇਹਦੇ ਨਾਲ ਖਜ਼ਾਨਾ ਜਿਹੜਾ ਸਾਡੇ ਸੂਬੇ ਦਾ ਵਾ ਉਹਨੂੰ ਲੁੱਟਿਆ ਜਾ ਰਿਹਾ ਵਾ, ਬਹੁਤ ਜ਼ਿਆਦਾ ਲੁੱਟ ਇਹਦੇ ਵਿੱਚ ਮਚੀ ਹੋਈ ਆ। ਆਖਰ ਕਿਸ ਦਾ ਮੈਚ ਫਿਕਸ ਆ, ਕੌਣ ਇਹਦੇ ਵਿੱਚ ਰਲਿਆ ਬਾਦਲਾਂ ਦੇ ਨਾਲ, ਸਮੇਂ ਨੇ ਆਪੇ ਹੀ ਦੱਸ ਦੇਣਾ। ਸਮਾਂ ਬੜਾ ਬਲਵਾਨ ਆ, ਸਮਾਂ ਆਉਣ ਤੇ ਵੀ ਪਤਾ ਲੱਗ ਜਾਣਾ ਕਿੰਨੀ ਦੇਰ ਤੋਂ ਸੁਖੀ ਰੰਧਾਵਾ ਕਿੰਨਾ ਰੌਲਾ ਪਾਉਂਦੇ ਸੀਗੇ, ਉਹ ਵੀ ਇਸ ਕੇਸ ਦੇ ਉੱਤੇ ਨਹੀਂ ਬੋਲ ਰਹੇ। ਸਾਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਹੜੇ ਸਟੇਜਾਂ ਦੇ ਉੱਤੇ ਬੋਲਦੇ ਰਹੇ ਮੈਂ ਇੱਟ ਨਾਲ ਇੱਟ ਖੜਕਾ ਦਊਂਗਾ, 2 ਸਾਲ ਤੋਂ ਇੱਕ ਲਫ਼ਜ਼ ਨਹੀਂ ਉਹਨਾਂ ਨੇ ਬੋਲਿਆ, ਨਾ ਸੈਣੀ ਦੇ ਖਿਲਾਫ ਨਾ ਬਾਦਲਾਂ ਦੇ ਖਿਲਾਫ। ਮੈਨੂੰ ਇਹ ਵੀ ਪਤਾ ਲੱਗਾ ਕਿ ਸਾਬਕਾ ਡੀਜੀਪੀ ਸੈਣੀ, ਉਹਨਾਂ ਨਾਲ ਇੱਕ ਪੱਤਰਕਾਰ ਨੇ ਇਹਨਾਂ ਦੀ ਮੀਟਿੰਗ ਕਰਾ ਦਿੱਤੀ ਔਰ ਸਿੱਧੂ ਸਾਹਿਬ ਇੱਕ ਲਫ਼ਜ਼ ਬੋਲਣ ਨੂੰ ਤਿਆਰ ਨਹੀਂ ਸੈਣੀ ਦੇ ਖਿਲਾਫ। ਅਜੇ ਮੈਂ ਸਿੱਧੂ ਸਾਹਿਬ ਨੂੰ ਇਹ ਕਹਿਣਾ ਕਿ ਕੁੰਵਰ ਵਿਜੇ ਪ੍ਰਤਾਪ ਸਾਰਾ ਪੰਜਾਬ ਜਾਣਦਾ ਸੀਗਾ, ਤੁਹਾਡਾ ਦੋਸਤ ਆ, ਤੇ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਕਮਿਸ਼ਨ ਨੇ ਬਦਲ ਦਿੱਤਾ ਸੀ, ਇਲੈਕਸ਼ਨ ਕਮਿਸ਼ਨ ਨੇ, ਸਾਰੇ ਪੰਜਾਬ ਨੇ ਦੁਹਾਈ ਦਿੱਤੀ, ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਜਾਰੀ ਕੀਤੀ ਇਹਨੂੰ ਨਹੀਂ ਬਦਲਿਆ ਜਾਊਗਾ, ਉਦੋਂ ਤੇ ਤੁਹਾਡੀ ਸਰਕਾਰ ਦੇ ਨਾਲ ਨਾਰਾਜ਼ਗੀ ਵੀ ਕੋਈ ਨਹੀਂ ਸੀਗੀ, ਉਦੋਂ ਵੀ ਤੁਸੀਂ ਇੱਕ ਵਾਰੀ ਸਟੇਟਮੈਂਟ ਨਹੀਂ ਦਿੱਤੀ ਇਸ ਬੇਅਦਬੀ ਦੇ ਖਿਲਾਫ, ਕੁੰਵਰ ਨੂੰ ਉੱਥੇ ਰੱਖਣ ਦੇ ਖਿਲਾਫ। ਤੁਸੀਂ ਵੀ ਇਹਦੇ ਬਾਰੇ ਸਪਸ਼ਟੀਕਰਨ ਦਿਓ ਕਿ ਤੁਸੀਂ ਕਿਉਂ ਨਹੀਂ ਬੋਲ ਰਹੇ ਇਸ ਬੇਅਦਬੀ ਦੇ ਉੱਤੇ, ਜਿਹਦੇ ਉੱਤੇ ਤੁਸੀਂ ਰੌਲਾ ਪਾਇਆ ਸੀ, ਜਿਹਦੇ ਉੱਤੇ ਤੁਸੀਂ ਚੋਣਾਂ ਜਿੱਤੀਆਂ। ਕੀ ਦਰਦ ਆ ਫਿਰ ਤੁਹਾਨੂੰ ਪੰਜਾਬ ਦਾ, ਕੀ ਦਰਦ ਆ ਫਿਰ ਤੁਹਾਨੂੰ ਬੇਅਦਬੀ ਦਾ? ਕਿਉਂ ਲੋਕਾਂ ਨੂੰ ਆਪਾਂ ਸਾਰੇ ਰਲ ਕੇ ਮੂਰਖ ਬਣਾਉਣੇ ਰਹਿੰਦੇ ਆ? ਕੱਲਾ ਕੁੰਵਰ ਹੀ ਲੜ ਰਿਹਾ ਉਹਦੇ ਖਿਲਾਫ ਔਰ ਉਹਨੂੰ ਬਦਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸਾਰਿਆਂ ਨੇ। ਤੇ ਜੇ ਉਹ ਬਦਲ ਜਾਂਦਾ ਤੇ ਹੋਰ ਕੋਈ ਅਫਸਰ ਜਾਂਚ ਕਰਨ ਲਈ ਤਿਆਰ ਹੀ ਨਹੀਂ, ਉਹ ਚਾਹੁੰਦਾ ਹੀ ਨਹੀਂ ਕਿ ਅਸੀਂ ਬਾਦਲਾਂ ਦੀ ਜਾਂਚ ਕਰੀਏ ਕਿਉਂਕਿ ਇਹਨਾਂ ਨਾਲ ਵੈਰ ਲਈਏ। ਫਿਰ ਕੌਣ ਕਰੂਗਾ ਇਸ ਕੇਸ ਦੀ ਜਾਂਚ? ਫਿਰ ਲੋਕਾਂ ਨੂੰ ਕਹਿ ਦਿਓ ਨਾ, ਸਪਸ਼ਟੀਕਰਨ ਦੇ ਦਿਓ, ਅਦਾਲਤ 'ਚ ਲਿਖ ਕੇ ਦੇ ਦਿਓ ਵੀ ਅਸੀਂ ਕੇਸ ਚਲਾਉਣਾ ਹੀ ਨਹੀਂ ਚਾਹੁੰਦੇ, ਸਾਡਾ ਰਾਜੀਨਾਮਾ ਹੋ ਗਿਆ ਜਾਂ ਸਾਡੀ ਕੋਈ ਫਿਕਸਿੰਗ ਹੋ ਗਈ ਇਹਨਾਂ ਦੇ ਨਾਲ। 14 ਦੀਆਂ 14 ਰਿਟਾਂ ਦੇ ਵਿੱਚ ਮੈਂ ਰਿਟ ਨੰਬਰ ਵੀ ਆਪਣੇ ਜਾਰੀ ਕਰ ਦੂੰਗਾ ਫੇਸਬੁੱਕ ਦੇ ਉੱਤੇ, ਕਿਸੇ ਦਿਨ ਮੈਨੂੰ 2-4 ਦਿਨ 'ਚ ਮਿਲ ਜਾਣਗੇ।
14 ਦੀਆਂ 14 ਰਿਟਾਂ ਦੇ ਵਿੱਚ ਸਿੱਟ ਦੇ ਜਿੰਨੇ ਬਾਕੀ ਮੈਂਬਰ ਆ ਦੋਸ਼ੀਆਂ ਵੱਲੋਂ ਉਹਨਾਂ ਦੀ ਤਾਰੀਫ ਕੀਤੀ ਜਾਂਦੀ ਆ ਔਰ ਕੱਲਾ ਕੁੰਵਰ ਵਿਜੇ ਪ੍ਰਤਾਪ ਨੂੰ 14 ਦੀਆਂ 14 ਰਿਟਾਂ ਦੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ। ਕਾਰਨ ਕੀ ਆ ਵੀ ਉਹ ਕੱਲਾ ਨੀਤ ਨਾਲ ਕੰਮ ਕਰਨ ਡਿਆ ਵਾ। ਮੈਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਕਈ ਚੋਣਾਂ ਜਿੱਤੀਆਂ ਜਾਣੀਆਂ, ਜਿਵੇਂ 84 ਦੇ ਸਿਰ ਤੇ ਕਈ ਚੋਣਾਂ ਜਿੱਤੀਆਂ ਗਈਆਂ, 10 20 50 ਉਹ ਚੋਣਾਂ ਜਿੱਤੀਆਂ ਗਈਆਂ, ਐਮਐਲਏ ਐਮਪੀ ਕਾਰਪੋਰੇਸ਼ਨ, ਇਸ ਤਰੀਕੇ ਦੀਆਂ ਕਈ ਸਾਲਾਂ ਤੋਂ ਚੋਣਾਂ ਜਿੱਤੀਆਂ ਜਾਂਦੀਆਂ। ਇਸੇ ਬੇਅਦਬੀ ਦੇ ਸਿਰ ਤੇ ਕਈ ਚੋਣਾਂ ਜਿੱਤਣੀਆਂ ਨੇ ਕਾਂਗਰਸ ਨੇ ਕਿ 2017 ਚ ਐਮਐਲਏ ਦੀ ਜਿੱਤ ਗਏ, 2019 ਚ ਐਮਪੀ ਦੀ ਜਿੱਤ ਗਏ, ਕਾਰਪੋਰੇਸ਼ਨਾਂ, ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤਾਂ, ਔਰ ਹੁਣ ਦੁਬਾਰਾ ਜਿਹੜੀ 2022 ਆ ਉਦੋਂ ਵੀ ਕੋਈ ਨਾ ਕੋਈ ਖੇਡ ਖੇਡਣਗੇ। ਕਈ ਹੋਰ ਜਿਹੜੀਆਂ ਚੋਣਾਂ ਕਈ ਸਾਲ ਤੱਕ ਇਸ ਬੇਅਦਬੀ ਦੇ ਸਿਰ ਤੇ ਜਿੱਤੀਆਂ ਜਾਣੀਆਂ ਔਰ ਅਸੀਂ ਲੋਕਾਂ ਨੇ ਮੂਰਖ ਬਣਦੇ ਰਹਿਣਾ ਵਾ। ਸਰਕਾਰ ਜੇ ਇਹਦੇ ਪ੍ਰਤੀ ਪੂਰੀ ਗੰਭੀਰ ਆ ਤੇ ਉਹਨੂੰ ਨਾਲ ਦੇ ਨਾਲ ਅਪਡੇਟ ਦੇਣੇ ਚਾਹੀਦੇ ਆ, ਲੋਕਾਂ ਨੂੰ ਨੈਟ ਤੇ ਜਾਰੀ ਕਰਨਾ ਚਾਹੀਦਾ ਵਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਚ ਬੋਲਦੇ ਆ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਾਈਟ ਹੈ ਉਹਦੇ ਉੱਤੇ ਜਿੰਨੀਆਂ ਰਿਟਾਂ ਚੱਲਦੀਆਂ, ਜਿੰਨਾ ਖਰਚਾ ਆਉਂਦਾ, ਇਹਦੀ ਸਾਰੀ ਬਰੀਫਿੰਗ ਤੇ ਅਪਡੇਟ ਸਾਰੇ ਉਹ ਨਾਲ ਦੀ ਨਾਲ ਦੇਣੇ ਚਾਹੀਦੇ ਆ, ਤਾਂ ਜੋ ਜਨਤਾ ਨੂੰ ਲੱਗੇ ਕਿ ਵਾਕਈ ਸਾਡੀ ਸਰਕਾਰ ਜਿਹੜੀ ਉਹ ਲੜ ਰਹੀ ਹੈ। ਨਹੀਂ ਤੇ ਮੈਂ ਅਖੀਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਬੇਨਤੀ ਕਰਦਾ ਕਿ ਜੇ ਸਰਕਾਰ ਸੱਚ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ, ਜੇ ਤੁਹਾਨੂੰ ਲੱਗਦਾ ਹੈ ਕਿ ਕੋਰਟ ਦੇ ਵਿੱਚ ਬਾਕੀ ਅਫਸਰ ਰਲ ਕੇ ਇਸ ਕੇਸ ਨੂੰ ਕਮਜ਼ੋਰ ਕਰਨ ਡਏ ਆ, ਪਰ ਮੈਂ ਤੁਹਾਨੂੰ ਇਹ ਦੱਸਦਾ ਲੋਕ ਜਾਣਨਾ ਚਾਹੁੰਦੇ ਨੇ। ਨੌਕਰੀ ਦੀ ਪਰਵਾਹ ਨਾ ਕਰੋ, ਹੋ ਸਕਦਾ ਇਹ ਨੌਕਰੀ ਤੁਹਾਡੀ ਖੋਈ ਜਾਵੇ ਜਾਂ ਤੁਹਾਨੂੰ ਛੱਡਣੀ ਪਵੇ, ਪਰ ਇਸ ਤੋਂ ਬਾਅਦ ਪ੍ਰਮਾਤਮਾ ਤੁਹਾਨੂੰ ਕਿਤੇ ਨਾ ਕਿਤੇ ਪੇ ਕਰੂਗਾ। ਹੋ ਸਕਦਾ ਇਸ ਤੋਂ ਵੱਡੇ ਰੁਤਬੇ ਤੇ ਬਿਠਾਵੇ, ਪਰ ਲੋਕਾਂ ਨੂੰ ਨੀਅਤ ਨਾਲ ਜਾਣੂ ਕਰਾਓ। ਤੇ ਜਾਂ ਤੇ ਜੇ ਤੁਸੀਂ ਵੀ ਜਾਣੂ ਨਹੀਂ ਕਰਾਉਂਦੇ, ਫਿਰ ਮੈਨੂੰ ਵੀ ਇਹ ਲੱਗਦਾ ਲੋਕ ਤੁਹਾਡੇ ਤੇ ਯਕੀਨ ਕਰਦੇ ਨੇ। ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਕੁੰਵਰ ਵਿਜੇ ਪ੍ਰਤਾਪ ਜੀ ਤੁਸੀਂ ਜੋ ਕਹਿ ਦੋਗੇ, ਅਜੇ ਤੱਕ ਲੋਕਾਂ ਦਾ ਵਿਸ਼ਵਾਸ ਹੈ ਤੁਹਾਡੇ ਉੱਤੇ। ਸਰਕਾਰ ਚਾਵੇ ਜਾਂ ਨਾ ਚਾਵੇ, ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਓ, ਕੋਰਟ 'ਚ ਮਿਲੇ ਨਾ ਮਿਲੇ, ਲੋਕ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕੌਣ ਕੌਣ ਦੋਸ਼ੀ ਆ। ਤੇ ਜੇ ਤੁਸੀਂ ਵੀ ਇਹ ਨਹੀਂ ਕਰਦੇ, ਫਿਰ ਮੈਨੂੰ ਇਹ ਵੀ ਲੱਗੂਗਾ ਵੀ ਕਿਤੇ ਨਾ ਕਿਤੇ ਤੁਸੀਂ ਵੀ ਬੇਬਸ ਔਰ ਤੁਹਾਡੇ ਵੀ ਹੱਥ ਖੜੇ ਹੋ ਗਏ ਆ। ਮੈਂ ਤੁਹਾਨੂੰ ਇਹ 2 ਲਾਈਨਾਂ ਕਹਿ ਕੇ ਸਮਾਪਤੀ ਕਰਨ ਲੱਗਾ ਕੁੰਵਰ ਸਾਹਿਬ ਕਿ ਇਹਦੇ ਵਿੱਚ ਸੱਚ ਨੂੰ ਜਾਣੂ ਕਰਾਓ ਲੋਕਾਂ ਤੋਂ। ਕੋਰਟ 'ਚ ਜੋ ਫੈਸਲਾ ਹੁੰਦਾ ਰਵੇ कि फैसला लिखा हुआ है पहले से हक में, फैसला लिखा हुआ है पहले से हक में, आप क्या खाक अदालत में सफाई देंगे। दस दी कि विशेष जांच टीम ने बैबल कलां कोटकपुरा गोलीकांड की जांच मुकम्मल होने का दावा किया है। इस बारे आईजी कुंवर विजय प्रताप सिंह ने पिछले दिनी प्रेस कॉन्फ्रेंस करके जानकारी दी है। उन्होंने खुलासा किया है कि डेरा सिरसा मुखी नूं गुरु गोबिंद सिंह जी की रीस करन दे केस विच माफी देण मगरों पैदा होए हालात नाल नजिठण लई गोलीकांड करवाया गया सी। इस दे नाल ही उन्होंने दावा किया है कि कोटकपुरा गोलीकांड की साजिश च उस वेले दे उप मुख मंत्री यानी कि सुखबीर सिंह बादल, जिन्हां कोल गृह विभाग भी सी, ਉਹ भी इस केस विच शामिल सन। ब्यूरो रिपोर्ट पंजाबी लोक चैनल।